इस तो बाद अगली लाइन लिखो जी, इसनूं 2D इसनूं शक्ति के 2D विचार के रूप में परिभाषित किया गया है। इस विच शक्ति नूं फैसला निर्माण के रूप में पावर एज डिसीजन मेकिंग अते पावर एज एजेंडा सैटिंग दे रूप विच परिभाषित किया जाता है। दे रूप विच परिभाषित किया जाता है। इन्हां विचारकों का यह मनना है निर्णय निर्माण औपचारिक राजनीतिक खेत्र के नाल-नाल गैर रस्मी संस्थावां अते गैर रस्मी संस्थावां तो प्रभावित हुंदी है। इन्हां दा यह भी मत है शक्ति का प्रयोग व्यवहार की व्याख्या करन लई भी किया जाता है। व्यवहार की व्याख्या करन लई भी किया जाता है अते इन्हां मुद्दिआं दे संबंध विच एजेंडा निर्धारण करन दा अभ्यास भी हुंदा है। उदाहरण के तौर पे पहले ये फैसला किया जाता है कि किन्हां विषयां अते मुद्दिआं दे फैसले करने जरूरी हन अते ये निश्चित करन वाले वो राजनीतिक वातावरण तो समाजिक वातावरण अते स्थिति तो भी प्रभावित हन। इस तरह पहले एजेंडा बना लिया जाता है। कि किहड़े फैसले करने हन अते किन्हां विषयां दे संबंध विच निर्णय निर्माण किहड़े विषय निर्णय निर्माण वास्ते लिआंदे जाने हन नूं नहीं सगों एजेंडा बनाउण दी प्रैक्टिस विच निर्णय निर्माता
ਆਪਣੀ ਸ਼ਕਤੀ ਜਾਂ ਸੱਤਾ ਨਾਲ ਸਮਾਜਿਕ ਵਾਤਾਵਰਣ ਤੋਂ ਪ੍ਰਭਾਵਿਤ ਹੁੰਦੇ ਹਨ। ਸਮਾਜਿਕ ਵਾਤਾਵਰਣ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਦੇ ਪ੍ਰਭਾਵ ਅਧੀਨ ਉਹ ਫੈਸਲੇ ਲੈ ਲੈਂਦੇ ਹਨ। ਇਸ ਦੇ ਪ੍ਰਭਾਵ ਅਧੀਨ ਉਹ ਫੈਸਲੇ ਲੈ ਲੈਂਦੇ ਹਨ। ਉਹ ਫੈਸਲੇ ਲੈ ਲੈਂਦੇ ਹਨ। ਸਧਾਰਨ ਸ਼ਬਦਾਂ ਵਿੱਚ ਸ਼ਕਤੀ ਦਾ ਦੋ ਆਯਾਮੀ ਪੱਖ ਨਿਰਣੇ ਨਿਰਮਾਣ ਦੇ ਨਾਲ ਨਾਲ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਿਹਨਾਂ ਵਿਸ਼ਿਆਂ ਨੂੰ, ਕਿਹਨਾਂ ਫੈਸਲਿਆਂ ਨੂੰ ਨਹੀਂ ਕੀਤਾ ਜਾਣਾ ਹੈ, ਕਿਹਨਾਂ ਫੈਸਲਿਆਂ ਨੂੰ ਨਹੀਂ ਕੀਤਾ ਜਾਣਾ ਹੈ। ਭਾਵ ਜਾਂ ਅਰਥ ਉਹ ਨਿਰਣੇ ਨਿਰਮਾਣ ਦੇ ਨਾਲ ਨਾਲ ਨਿਰਣੇ ਨਿਰਮਾਣ ਨਾ ਕਰਨ ਦਾ, ਨਿਰਣੇ ਨਿਰਮਾਣ ਨਾ ਕਰਨ ਦੀ ਪ੍ਰੈਕਟਿਸ ਵੀ ਅਖਵਾਉਂਦੀ ਹੈ ਜਾਂ ਕਹਿਲਾਉਂਦੀ ਹੈ। ਨਿਰਣੇ ਨਿਰਮਾਣ ਦੀ ਪ੍ਰੈਕਟਿਸ ਵੀ ਕਹਿਲਾਉਂਦੀ ਹੈ। ਉਹ ਨਿਰਣੇ ਨਿਰਮਾਣ ਦਾ ਏਜੰਡਾ ਇਸ ਤਰ੍ਹਾਂ ਉਸ ਨੂੰ ਸੈੱਟ ਕਰਦੇ ਹਨ, ਇਸ ਤਰ੍ਹਾਂ ਉਸ ਨੂੰ ਸੈੱਟ ਕਰਦੇ ਹਨ ਅਤੇ ਇਸ ਕਿਰਿਆ ਵਿੱਚ, ਇਸ ਕਿਰਿਆ ਉੱਤੇ ਗੈਰ ਰਸਮੀ ਸਮਾਜਿਕ ਪ੍ਰਕਿਰਿਆਵਾਂ ਅਤੇ ਤੱਤਾਂ ਤੋਂ ਪ੍ਰਭਾਵਿਤ ਹੁੰਦੇ ਹਨ। ਠੀਕ ਹੈ ਜੀ। ਇਸ ਤਰ੍ਹਾਂ ਸਟੀਫਨ ਲਿਊਕਸ ਅਤੇ ਹੋਰ ਵਿਚਾਰਕਾਂ ਨੇ ਸ਼ਕਤੀ ਦੇ ਦੋ ਆਯਾਮੀ ਪੱਖ ਵਿੱਚ ਨਿਰਣੇ ਨਿਰਮਾਣ ਲਈ ਏਜੰਡਾ ਬਣਾਉਣ ਦੀ ਪ੍ਰਕਿਰਿਆ ਦੀ ਵਿਆਖਿਆ ਕੀਤੀ ਹੈ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਕਤੀ ਦਾ ਦੋ ਆਯਾਮੀ ਪੱਖ ਨਿਸ਼ਚਿਤ ਰੂਪ ਵਿੱਚ ਇੱਕ ਆਯਾਮੀ ਪੱਖ ਤੋਂ ਜ਼ਿਆਦਾ ਵਿਸ਼ਾਲ ਸੀ ਅਤੇ 1970 ਦੇ ਦਸ਼ਕ ਵਿੱਚ ਸਟੀਫਨ ਲਿਊਕਸ ਅਤੇ ਕੁਝ ਹੋਰ ਰਾਜਨੀਤਿਕ ਵਿਚਾਰਕਾਂ ਨੇ ਸ਼ਕਤੀ ਦੇ ਤਿੰਨ ਆਯਾਮੀ ਪੱਖ ਦੀ ਵਿਆਖਿਆ ਕੀਤੀ ਅਤੇ ਇਸ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦਿੱਤਾ ਹੁਣ ਇਹਨੂੰ ਤੁਸੀਂ ਸਮਝ ਲਓ, ਜਿਹੜਾ ਸੈਕੰਡ ਡਾਇਮੈਂਸ਼ਨ ਹੈਗੀ ਹੈ ਪਾਵਰ ਦੀ, ਉਹਦੇ ਵਿੱਚ ਉਹ ਮੋਟੀ ਗੱਲ ਇਹ ਕਰ ਰਿਹਾ ਹੈ ਕਿ
ਦੋ ਤਰ੍ਹਾਂ ਦੇ ਜਿਹੜੇ ਤੱਤ ਨੇ ਜਾਂ ਦੋ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈ ਉਹ ਸ਼ਕਤੀ ਨੂੰ ਪ੍ਰਭਾਵਿਤ ਕਰਦੇ। ਠੀਕ ਹੈ ਜੀ। ਹੁਣ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਅਸੀਂ ਜਦੋਂ ਕਿਸੇ ਵੀ ਪਾਵਰ ਸਟਰਕਚਰ ਦੇ ਵਿੱਚ ਅਗਰ ਅਸੀਂ, ਮੈਂ ਇਹਨੂੰ ਹੋਰ ਸਿੰਪਲੀਫਾਈ ਕਰ ਲਓ, ਅਗਰ ਸਰਕਾਰ ਨੇ ਕੋਈ ਨੀਤੀ ਨਿਰਮਾਣ ਕਰਨਾ ਜਾਂ ਕੋਈ ਨੀਤੀਆਂ ਬਣਾਉਣੀਆਂ ਜਾਂ ਪਾਲਿਸੀ ਬਣਾਉਣੀ, ਤਾਂ ਉਹਦੇ ਵਾਸਤੇ, ਉਸ ਪਾਲਿਸੀ ਬਣਾਉਣ ਵਾਸਤੇ, ਉਹ ਡਿਸੀਜਨ 'ਤੇ ਪਹੁੰਚਣ ਵਾਸਤੇ ਕਿ ਕਿਸ ਤਰ੍ਹਾਂ ਦੀ ਪਾਲਿਸੀ ਬਣਾਉਣੀ ਹੈ, ਕਿਸ ਤਰ੍ਹਾਂ ਦਾ ਨੀਤੀ ਨਿਰਮਾਣ ਕਰਨਾ ਹੈ, ਕਿਸ ਤਰ੍ਹਾਂ ਦਾ ਨੀਤੀ ਨਿਰਮਾਣ ਦੇਸ਼ ਵਾਸਤੇ ਚੰਗਾ ਹੋਊਗਾ ਜਾਂ ਕਿਸ ਤਰ੍ਹਾਂ ਦਾ ਨੀਤੀ ਨਿਰਮਾਣ ਦੇਸ਼ ਵਾਸਤੇ ਚੰਗਾ ਨਹੀਂ ਹੋਊਗਾ, ਉਹਦੇ ਲਈ ਪਹਿਲੇ ਤੋਂ ਹੀ ਏਜੰਡਾ ਜਿਹੜਾ ਹੈ ਸੈੱਟ ਕੀਤਾ ਜਾਂਦਾ। ਕਿਹੜੀ ਨੀਤੀ ਬਣਾਉਣੀ ਹੈ, ਕਿਹੜੀ ਨੀਤੀ ਨਹੀਂ ਬਣਾਉਣੀ, ਉਹਦਾ ਜਿਹੜਾ ਹੈ ਏਜੰਡਾ ਪਹਿਲੇ ਸੈੱਟ ਕਰਨਾ ਚਾਹੀਦਾ ਕਿ ਕਿਹੜੀਆਂ ਚੀਜ਼ਾਂ ਉਸ ਜਿਹੜੀ ਪਾਲਿਸੀ ਆ ਉਹਦੇ ਵਿੱਚ ਪਾਉਣੀਆਂ ਜਾਂ ਨਹੀਂ ਪਾਉਣੀਆਂ। ਅੱਛਾ, ਫਿਰ ਉਹਦੇ ਉੱਤੇ ਜਦੋਂ ਵੀ ਅਸੀਂ ਕੋਈ ਵੀ ਡਿਸੀਜਨ ਮੇਕਿੰਗ ਕਰਦੇ ਹਾਂ ਤਾਂ ਪਹਿਲੇ ਉਹਦਾ ਏਜੰਡਾ ਸੈੱਟ ਹੁੰਦਾ। ਪਹਿਲੇ ਡਿਸੀਜਨ ਸਿੱਧੇ ਅਸੀਂ ਡਿਸੀਜਨ 'ਤੇ ਨਹੀਂ ਪਹੁੰਚ ਜਾਂਦੇ, ਪਹਿਲੇ ਅਸੀਂ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਏਜੰਡਾ ਜਿਹੜਾ ਹੈ ਸੈੱਟ ਕਰਦੇ ਹਾਂ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਉਸ ਦਿੰਦੇ। ਫਿਰ ਉਹ ਦੂਸਰੀ ਗੱਲ ਕਰ ਰਿਹਾ ਕਿ ਜਦੋਂ ਵੀ ਅਸੀਂ ਕੋਈ ਡਿਸੀਜਨ ਲੈਂਦੇ ਹਾਂ, ਏਜੰਡੇ 'ਚ ਅਸੀਂ ਦੇਖ ਲੈਂਦੇ ਕਿ ਕਿਹੜੀਆਂ ਚੀਜ਼ਾਂ ਉਸ ਜਿਹੜਾ ਹੈ ਅਸੀਂ ਕਿਹੜੀਆਂ ਚੀਜ਼ਾਂ ਵਿਆਪਕ ਰੂਪ ਦੇ ਵਿੱਚ ਲੈਣੀਆਂ, ਕਿਹੜੀਆਂ ਚੀਜ਼ਾਂ ਵਿਆਪਕ ਰੂਪ ਦੇ ਵਿੱਚ ਉਸ ਏਜੰਡੇ 'ਚ ਨਹੀਂ ਲੈਣੀਆਂ। ਫਿਰ ਉਹਨਾਂ ਉੱਤੇ ਜਿਹੜੇ ਗੈਰ ਰਸਮੀ ਫੈਕਟਰਸ ਹੁੰਦੇ, ਸੋਸ਼ੋ ਇਕਨੋਮਿਕ ਫੈਕਟਰਸ ਹੁੰਦੇ ਜਾਂ ਹੋਰ ਫੈਕਟਰਸ ਹੁੰਦੇ ਆ, ਔਰ ਜਿਹੜਾ ਵਾਤਾਵਰਨ ਹੁੰਦਾ ਉਹਦਾ ਪ੍ਰਭਾਵ ਵੀ ਜਿਹੜਾ ਪੈਂਦਾ। ਇਸ ਨੂੰ ਜਿਹੜਾ ਸਟੀਵਨ ਲਿਊਕਸ ਹੈ ਉਹਨੇ ਫੈਕਟਰ ਆਫ ਇਨਫਲੂਐਂਸ ਕਿਹਾ। ਠੀਕ ਹੈ ਜੀ। ਅੱਛਾ, ਹੁਣ ਅਸੀਂ ਆਨੇ ਹਾਂ ਤਿੰਨ ਪੱਖੀ ਆਯਾਮ। ਤਿੰਨ ਪੱਖੀ ਆਯਾਮ ਦੇ ਵਿੱਚ ਜਿਹੜਾ ਸਟੀਵਨ ਲਿਊਕਸ ਹੈ ਜਾਂ ਜਿਹੜਾ ਨਵ ਉਦਾਰਵਾਦੀ ਜਿਹੜੇ ਵਿਸ਼ਿਸ਼ਟ ਵਰਗੀਏ ਵਿਚਾਰਕ ਹੈਗੇ ਹੈ ਜਾਂ ਜਿਹੜੇ ਆਪਣੇ ਬਹੁਲਵਾਦੀ ਵਿਚਾਰਕ ਹੈ, ਠੀਕ ਹੈ, ਔਰ ਸਟੀਵਨ ਲਿਊਕਸ ਨੇ ਜਿਹੜਾ ਇਹ ਜਿਹੜਾ ਤਿੰਨ ਪੱਖੀ ਆਯਾਮ ਸੀਗਾ ਇਹ 1970 ਦੇ ਦਸ਼ਕ ਦੇ ਵਿੱਚ ਉਹਨਾਂ ਨੇ ਇਸ ਜਿਹੜਾ ਵਿਊ ਪੁਆਇੰਟ ਸੀਗਾ ਉਹਦਾ ਪ੍ਰਤੀਪਾਦਨ ਕੀਤਾ ਜਾਂ ਉਹਦੀ ਜਿਹੜੀ ਸੀਗੀ ਵਿਆਖਿਆ ਕੀਤੀ। ਹੁਣ ਇਹਦੇ ਵਿੱਚ ਜਿਹੜਾ ਹੈ ਸਟੀਵਨ ਲਿਊਕਸ ਜਿਹੜਾ ਹੈ ਉਹ ਦੋ ਜਿਹੜੇ ਪੱਖ ਸੀਗੇ, ਡਿਸੀਜਨ ਮੇਕਿੰਗ ਵਾਲਾ ਔਰ ਏਜੰਡਾ ਸੈਟਿੰਗ ਵਾਲਾ, ਜਿਹੜਾ 2D ਪੱਖ ਸੀਗਾ ਉਹਦੇ ਵਿੱਚ ਇੱਕ ਹੋਰ ਪੱਖ ਜੋੜਿਆ ਵਿਚਾਰਧਾਰਾ ਦਾ, ਔਰ ਇਹਨੂੰ ਆਪਾਂ 3D ਹੁਣ ਜਿਹੜਾ ਹੈ 3D ਸਿਸਟਮ ਹੋ ਗਿਆ, ਤਿੰਨ ਪੱਖੀ ਹੋ ਗਏ। ਸੋ ਇਸੇ ਕਰਕੇ ਇਹਨੂੰ ਤਿੰਨ ਪੱਖੇ, ਉਹਦੇ ਵਿੱਚ ਉਹ ਜਿਹੜਾ ਹੈ ਵਿਚਾਰਧਾਰਾ ਦੀ ਗੱਲ ਕਰ ਰਿਹਾ ਔਰ ਉਸਨੇ ਜਿਹੜੀ ਆਈਡੀਓਲੋਜੀਕਲ ਪਾਵਰ ਦੀ ਗੱਲ ਕੀਤੀ ਹੈ, ਵਿਚਾਰਧਾਰਾ ਆਤਮਕ ਜਿਹੜੀ ਸ਼ਕਤੀ ਹੈ ਉਹਦੀ ਗੱਲ ਕਰ ਰਿਹਾ। ਉਹ ਕੀ ਕਹਿੰਦਾ, ਆਈਡੀਓਲੋਜੀਕਲ ਪਾਵਰ ਔਰ ਮੈਨੂਪੂਲੇਸ਼ਨ ਔਰ ਦੀ ਪਾਵਰ ਟੂ ਸ਼ੇਪ ਦੀ ਇੰਟਰਸਟ ਡਿਜ਼ਾਇਰਸ ਐਂਡ ਸਾਈਕੋਲੋਜੀ ਆਫ ਪਰਸਨਸ ਇਨ ਫੇਵਰ ਆਫ ਡਿਜ਼ਾਇਰ ਡਿਸੀਜਨਸ ਐਂਡ ਪਾਲਿਸੀਜ਼। ਹੁਣ ਉਹ ਕੀ ਕਹਿਣਾ ਚਾਹੁੰਦਾ ਹੈ ਇਹਦੇ ਵਿੱਚ, ਉਹ ਕਹਿੰਦਾ ਅਗਰ ਅਸੀਂ ਕਿਸੇ ਵਿਅਕਤੀ ਜਾਂ ਕਿਸੇ ਦੇਸ਼ ਦੇ ਲੋਕਾਂ ਨੂੰ ਵਿਚਾਰਧਾਰਾ ਰਾਹੀਂ ਪ੍ਰਭਾਵਿਤ ਕਰ ਲੈਂਦੇ ਹਾਂ ਤਾਂ ਜਿਹੜੀ ਆਈਡੀਓਲੋਜੀਕਲ ਪਾਵਰ ਹੈ ਉਹ ਇੰਨੀ ਕੁ ਜ਼ਿਆਦਾ ਇਫੈਕਟਿਵ ਹੈ ਕਿ ਉਹਦੇ ਵਾਸਤੇ ਸਾਨੂੰ ਫਿਰ ਕਿਸੇ ਨੂੰ ਆਪਣੀ ਗੱਲ ਮਨਵਾਉਣ ਵਾਸਤੇ ਜਿਹੜਾ ਹੈਗਾ ਉਹਦੇ ਉੱਤੇ ਜ਼ੋਰ ਜ਼ਬਰਦਸਤੀ ਨਹੀਂ ਕਰਨ ਦੀ ਜ਼ਰੂਰਤ, ਮਤਲਬ ਜ਼ੋਰ ਜ਼ਬਰ ਕਰਨ ਦੀ ਨਹੀਂ ਜ਼ਰੂਰਤ ਹੈ। ਠੀਕ ਹੈ। ਔਰ ਆਈਡੀਓਲੋਜੀ ਦੇ ਨਾਲ ਜਿਹੜਾ ਹੈ ਅਸੀਂ ਦੂਸਰਿਆਂ ਦੇ ਬਿਹੇਵੀਅਰ ਨੂੰ ਜਿਹੜਾ ਹੈ ਪ੍ਰਭਾਵਿਤ ਕਰਕੇ ਜਿਹੜਾ ਹੈ ਆਪਣਾ ਜਿਹੜਾ ਹੈ ਕੰਮ ਜਿਹੜਾ ਹੈਗਾ ਉਹ ਕਰ ਸਕਦੇ ਹਾਂ। ਸੋ ਇਸ ਨੂੰ ਉਸਨੇ ਜਿਹੜਾ ਹੈਗਾ ਹੈ ਤਿੰਨ ਪੱਖੀ ਆਯਾਮ ਜਿਹੜਾ ਹੈ ਦੱਸਿਆ, ਸ਼ਕਤੀ ਦਾ ਤਿੰਨ ਪੱਖੀ ਆਯਾਮ ਦੀ ਉਸਨੇ ਜਿਹੜੀ ਗੱਲ ਕੀਤੀ ਸੀ ਉਹ ਉਸਨੇ ਦੱਸਿਆ। ਸੋ ਮੈਂ ਅੱਜ ਦਾ ਜਿਹੜਾ ਇਹ
ਐਕਚੁਅਲੀ ਮੈਂ ਜਿਹੜਾ ਅੱਜ ਦਾ ਲੈਕਚਰ ਹੈ ਤੁਹਾਨੂੰ ਉਹ ਦੋ ਹਿੱਸਿਆਂ ਦੇ ਵਿੱਚ ਜਿਹੜਾ ਹੈਗਾ ਪਾਊਂਗਾ। ਇਹ ਪਹਿਲਾ ਹਿੱਸਾ ਸੀਗਾ ਅੱਜ ਦੇ ਲੈਕਚਰ ਦਾ। ਸੋ ਹੁਣ ਅੱਜ ਦਾ ਜਿਹੜਾ ਦੂਸਰਾ ਲੈਕਚਰ ਹੋਏਗਾ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਇਹਦਾ ਥੋੜ੍ਹਾ ਜਿਹਾ ਇਹਨੂੰ ਜਿਹੜਾ ਹੈ ਹੋਰ ਜ਼ਿਆਦਾ ਅੱਗੇ ਵਧਾਵਾਂਗੇ ਇਸ ਚੀਜ਼ ਨੂੰ, ਔਰ ਮੈਂ ਤੁਹਾਨੂੰ ਇਹ ਲਿਖਾ ਦਾਂਗਾ। ਪਲੱਸ ਜਿਹੜਾ ਹੈਗਾ ਜਿਹੜੇ ਅਸੀਂ ਵੱਖ-ਵੱਖ ਜਿਹੜੇ ਕਰਨੇ ਆ, ਪਾਵਰ ਐਜ਼ ਇਨਫਲੂਐਂਸ, ਪਾਵਰ ਐਜ਼ ਐਕਸਪਲੋਇਟੇਸ਼ਨ, ਪਾਵਰ ਐਜ਼ ਹੈਜਮਨੀ ਐਂਡ ਪਾਵਰ ਐਜ਼ ਨੌਲੇਜ ਐਂਡ ਪਾਵਰ ਨੌਲੇਜ। ਠੀਕ ਹੈ, ਇਹਦੀ ਗੱਲ ਜਿਹੜੀ ਹੈ ਅਸੀਂ ਅਗਲੇ ਆਉਣ ਵਾਲੇ ਆਪਣੇ ਜਿਹੜੇ ਹੈ ਲੈਕਚਰਸ ਦੇ ਵਿੱਚ ਜਿਹੜੇ ਹੈ ਅਸੀਂ ਕਰਾਂਗੇ। ਥੈਂਕ ਯੂ ਵੈਰੀ ਮਚ ਫॉर ਅਟੈਂਡਿੰਗ ਦਿਸ।